ਗੁਰਮੁਖ ਜਨੋ ਸਰੋਤਿਓ, ਅੱਜ ਆਪਾਂ ਗੱਲ ਕਰਨੀ ਹੈ ਮਹਾਭਾਰਤ ਦੀ। ਮਹਾਭਾਰਤ ਦੇ ਜਿਹੜੇ ਪਹਿਲੇ ਮੌੜ ਸੀ, ਜਿੱਥੋਂ ਸ਼ੁਰੂ ਹੁੰਦੀ ਹੈ, ਉਹਦਾ ਨਾਮ ਸੀ ਰਾਜਾ ਸਨਾਤਨੂ। ਸ਼ਾਤਨੂ ਵੀ ਲਿਖਿਆ ਹੋਇਆ, ਸਨਾਤਨੂ ਵੀ, ਦੋ ਨਾਮ ਰੱਖੇ ਹੋਏ ਨੇ। ਉਹ ਬਾਦਸ਼ਾਹ ਨੇ ਸੱਚਖੰਡ ਵਿੱਚ ਜਿਹੜੀ ਬਹਿੰਦੀ ਸੀ ਨਾ ਗੰਗਾ, ਪਹਿਲਾਂ ਬੇਵਤਾ ਗੰਗਾ, ਉਹਦੇ ਨਾਲ ਸ਼ਾਦੀ ਕਰਵਾ ਲਈ। ਗੰਗਾ ਕਹਿੰਦੀ ਜੀ ਵਿਆਹ ਤਾਂ ਆਪਣਾ ਗਿਆ ਹੋ, ਪਰ ਕਾਰਨ ਇਹ ਹੈ ਬਈ ਜਿਹੜਾ ਮੇਰੇ ਪੇਟੋਂ ਬੱਚਾ ਕੋਈ ਵੀ ਜਨਮ ਲਊਗਾ ਮੈਂ ਰੱਖਣਾ ਨਹੀਂ, ਮੈਂ ਜਲ ਪ੍ਰਵਾਹ ਕਰੂੰਗੀ। ਅਗਰ ਜਿੱਦਣ ਤੁਸੀਂ ਬੱਚਾ ਰੱਖੋਗੇ ਤਾਂ ਫਿਰ ਮੈਂ ਨਹੀਂ ਰਹਿਣਾ ਤੁਹਾਡੇ। ਉਹ ਕਹਿੰਦਾ ਠੀਕ ਹੈ ਜੀ, ਜਿਵੇਂ ਤੁਹਾਡੀ ਮਰਜ਼ੀ। ਗੰਗਾ ਦੇ ਪੇਟੋਂ 7 ਬੱਚਿਆਂ ਨੇ ਜਨਮ ਲਿਆ। ਉਹਨਾਂ 7 ਬੱਚਿਆਂ 'ਚੋਂ ਉਹ ਜਰਕਦੇ ਨੇ ਜਦੋਂ ਬੱਚਾ ਪੈਦਾ ਹੋਇਆ, ਥੋੜ੍ਹੇ ਟਾਈਮ ਬਾਅਦ ਜਲ ਪ੍ਰਵਾਹ ਕਰਿਆ ਕਰੇ। ਇੱਛਾ ਉਹਦੀ ਜਦ 8ਵੇਂ ਬੱਚੇ ਜਨਮ ਹੋਇਆ, 8ਵੀਂ ਵਾਰ ਬੱਚੇ ਦਾ, ਉਹਦਾ ਨਾਮ ਭੀਸ਼ਮ ਪਿਤਾਮਾ ਦੁਨੀਆ ਜਾਣਦੀ ਹੈ। ਉਹ ਸਨਾਤਨੂ ਰਾਜਾ ਕਹਿਣ ਲੱਗਿਆ ਜੀ ਮੈਂ ਤਾਂ ਇਹ ਬੱਚਾ ਰੱਖਣਾ ਹੈ, ਜਲ ਪ੍ਰਵਾਹ ਨਹੀਂ ਕਰਨਾ। ਗੰਗਾ ਕਹਿੰਦੀ ਜੀ ਆਹ ਚੱਕੋ ਬੱਚਾ ਫੜੋ, ਤੁਹਾਡੀ ਭੇਟਾ, ਅਤੇ ਮੈਂ ਚੱਲੀ ਹਾਂ ਸੱਚਖੰਡ ਨੂੰ। ਗੰਗਾ ਬੱਚਾ ਭੇਟਾ ਕਰਕੇ ਆਪਦਾ ਰਾਜਾ ਬਾਦਸ਼ਾਹ ਨੂੰ ਸੱਚਖੰਡ ਨੂੰ ਚਲੀ ਗਈ। ਬੱਚਾ ਹੌਲੀ ਹੌਲੀ ਜਵਾਨ ਹੁੰਦਾ ਚਲਿਆ ਗਿਆ। ਬਾਲ ਜਤੀ ਗੰਗਾ ਦਾ ਪੁੱਤਰ, ਇਹਦਾ ਨਾਮ ਸੀਲ ਗੰਗੇ ਸੀ। ਭੀਸ਼ਮ ਪਿਤਾਮਾ ਉੱਪਰ ਨੂੰ ਚਲੇ ਗਿਆ, ਉਮਰ ਵੱਧਦੀ ਤੁਰੀ ਗਈ। ਔਰ ਗੰਗਾ ਦੇ ਬਰਾਗ ਵਿੱਚ ਰਾਜਾ ਸਨਾਤਨੂ ਸੀ ਜਿਹੜਾ ਪਾਗਲ ਬਣਦਾ ਤੁਰਿਆ ਗਿਆ। ਸੰਸਾਰ 'ਤੇ ਜੀ ਨਾ ਲੱਗੇ, ਕਿਉਂਕਿ ਦੇਵਤਾ ਕੋਈ ਛੋਟੀ ਮੋਟੀ ਚੀਜ਼ ਨਹੀਂ ਹੁੰਦੀ। ਬਜੋਗ ਖਾ ਗਿਆ ਉਹ ਤੋਂ ਬਾਅਦ ਉਹਦਾ ਇੱਕ ਸ਼ਾਦੀ ਕਰਾਉਣ ਦਾ ਇਰਾਦਾ ਬਣ ਗਿਆ ਬਈ ਆਪਾਂ ਸ਼ਾਦੀ ਕਰਵਾਈਏ। ਇੱਕ ਮਲਾਹ ਸੀ ਕੋਈ ਨਦੀ ਦਾ, ਉਹਦੀ ਲੜਕੀ ਸੀ ਨੌਜਵਾਨ। ਹੌਲੀ ਹੌਲੀ ਉਹ ਮਲਾਹ ਨੂੰ ਪੁੱਛਿਆ ਵੀ ਭਾਈ ਕਿਸੇ ਬੰਦੇ ਨੂੰ, ਵਜ਼ੀਰ ਨੂੰ ਭੇਜ ਕੇ ਬਈ ਮੈਂ ਰਾਜਾ ਸ਼ਾਤਨੂ ਤੇਰੀ ਲੜਕੀ ਨਾਲ ਰਿਸ਼ਤਾ ਵਿਆਹ ਸ਼ਾਦੀ ਕਰਾਉਣੀ ਚਾਹੁੰਦਾ, ਕਰਾ ਸਕਦਾ? ਉਹ ਜਿਹੜਾ ਮਲਾਹ ਸੀ ਉਹਨੇ ਆਪਦੇ ਪਰਿਵਾਰ ਨਾਲ ਸਲਾਹ ਕੀਤੀ ਬਈ ਬਾਦਸ਼ਾਹ ਸਨਾਤਨੂ ਆਪਣੀ ਲੜਕੀ ਦਾ ਰਿਸ਼ਤਾ ਮੰਗਦਾ, ਆਪਾਂ ਕਰੀਏ ਜਾਂ ਨਾ। ਪਰਿਵਾਰ ਨੇ ਵਿਚਾਰਿਆ ਇਹ ਬਈ ਜਿਹੜਾ ਇਹਦੇ ਵੱਡਾ ਲੜਕਾ ਭੀਸ਼ਮ ਪਿਤਾਮਾ ਗੰਗਾ ਦਾ ਪੁੱਤਰ ਹੈ, ਰਾਜ ਤਿਲਕ ਤਾਂ ਮਿਲੂਗਾ ਵੱਡਾ ਹੋ ਕੇ ਉਹਨੂੰ, ਆਪਾਂ ਲੜਕੀ ਦਾ ਵਿਆਹ ਕਿਉਂ ਕਰੀਏ? ਜਾਂ ਤਾਂ ਰਾਜਾ ਆਪਣੇ ਦੋਹਤੇ ਨੂੰ ਗਾਹਾਂ ਅੱਗੇ ਜਾ ਕੇ ਰਾਜ ਤਿਲਕ ਦੇਵੇ, ਫਿਰ ਤਾਂ ਠੀਕ ਹੈ। ਹੁਣ ਇਹ ਗੱਲ ਜਦੋਂ ਬਾਦਸ਼ਾਹ ਕੋਲੇ ਆਈ, ਉਹ ਰਾਜਾ ਕਹਿੰਦਾ ਵੀ ਗੱਲ ਸੁਣ, ਮੈਂ ਆਪਦੇ ਪੁੱਤਰ ਨਾਲ ਸਲਾਹ ਕਰ ਲੈਣਾ। ਭੀਸ਼ਮ ਜੀ ਕੋਲੇ ਗਏ ਤਾਂ ਹੁਣ ਭੀਸ਼ਮ ਜੀ ਬਾਲ ਜਤੀ ਸੀ। ਉਹਨੂੰ ਜਾ ਕੇ ਪੁੱਛਿਆ ਵੀ ਬੇਟਾ ਮੈਂ ਕਰਾਉਣੀ ਹੈ ਸ਼ਾਦੀ, ਮੈਂ ਬਿਨਾਂ ਸ਼ਾਦੀ ਤੋਂ ਬਚ ਨਹੀਂ ਸਕਦਾ। ਅਤੇ ਜਿਹੜੀ ਰਾਣੀ ਨੂੰ ਮੈਂ ਵਿਆਹੂੰਗਾ ਉਹਦੇ ਪੇਟੋਂ ਬੱਚਾ ਪੈਦਾ ਹੋਊਗਾ ਕੋਈ, ਮੈਂ ਰਾਜ ਤਿਲਕ ਉਹਨੂੰ ਦੇ ਦਾਂ, ਤੇਰਾ ਤਾਂ ਨਹੀਂ ਕੋਈ ਗੁੱਸਾ ਗਿੱਲਾ? ਉਹ ਕਹਿੰਦਾ ਪਿਤਾ ਜੀ ਬਿਲਕੁਲ ਨਹੀਂ, ਮੈਂ ਤਾਂ ਤਿਆਗੀ ਬਣ ਜਾਣਾ। ਅਗਰ ਤੈਂ ਸ਼ਾਦੀ ਕਰਾਉਣੀ ਹੈ ਕਰਾ, ਮੈਂ ਤੇਰੇ ਘਰ ਹੀ ਨਹੀਂ ਰਹਿੰਦਾ ਉਦੋਂ ਬਾਅਦ। ਭੀਸ਼ਮ ਪਿਤਾਮਾ ਜੀ ਜੰਗਲਵਾਸ ਭਾਗੇ, ਵਣਵਾਸ ਚਲੇ ਗਏ। ਔਰ ਇਹਨੇ ਸ਼ਾਦੀ ਕਰਵਾ ਲਈ ਉਹ ਲੜਕੀ ਨਾਲ, ਮਲਾਹ ਦੀ ਨਾਲ। ਉਸ ਕੰਨਿਆ ਦੇ ਪੇਟੋਂ 2 ਬੱਚਿਆਂ ਨੇ ਜਨਮ ਲਿਆ। ਜਦ 2 ਬੱਚੇ ਹੋ ਗਏ ਉਹਦੇ ਪੇਟੋਂ, ਉਹ ਤੋਂ ਬਾਅਦ ਕੁਦਰਤ ਰੱਬ ਦੀ ਉਹਨੇ ਦੋਨੇ ਜਣੇ ਉਹ ਵਿਆਹ ਲਏ। ਬਾਦਸ਼ਾਹ ਸਨਾਤਨੂ ਨੇ ਵਿਆਹ ਹੋਣ ਤੋਂ ਬਾਅਦ ਅਕਾਲ ਪੁਰਖ ਦੀ ਮੌਜ ਦੁਆਰਾ ਉਹ ਦੋਨੇ ਬੱਚੇ ਦੁਨੀਆ ਤੋਂ ਚਲੇ ਗਏ, ਸੱਚਖੰਡ ਜਾ ਪਰਾਜੇ। ਦੋਨੇ ਲੜਕੀਆਂ ਸੀ ਜਿਹੜੀਆਂ ਉਹ ਵਿਧਵਾ ਹੋ ਗਈਆਂ। ਵਿਧਵਾ ਹੋਣ ਤੋਂ ਬਾਅਦ ਹੁਣ ਗੱਦੀ 'ਤੇ ਕੋਈ ਨਾ ਰਿਹਾ। ਬਾਦਸ਼ਾਹ ਦੇ ਘਰ ਵਾਲੀ ਸੀ ਜਿਹੜੀ ਗੰਗਾ, ਉਹ ਵੀ ਚਲੀ ਗਈ। ਹੁਣ ਇੱਕ ਦਾ ਰਾਜਾ ਰਹਿ ਗਿਆ ਸਨਾਤਨੂ, ਇੱਕ ਉਹਦੇ ਘਰ ਵਾਲੀ ਮਲਾਹ ਦੀ ਲੜਕੀ।
ਦੋਨੇ ਉਹਦੀਆਂ ਨੂੰਹਾਂ, ਬੰਦਾ ਕੋਈ ਹੋਰ ਹੈ ਨਾ। ਸੰਤਾਨ ਪੈਦਾ ਕਰਨ ਵਾਸਤੇ ਮਰਦਾਂ ਦੀ ਲੋੜ ਵੀ ਪੈਂਦੀ ਹੈ। ਉਹ ਤੋਂ ਬਾਅਦ ਉਹਨੇ ਜੋਤਸ਼ੀਆਂ ਨੂੰ ਪੁੱਛਿਆ ਵੀ ਹੁਣ ਸਾਡੀ ਗੱਦੀ ਜਾਂਦੀ ਹੈ ਬੰਸਾ ਬੜੀ ਬਿਨਾਂ ਮਤਲਬੀ, ਇਹਦਾ ਕੀ ਬਣਨਾ ਚਾਹੀਏ। ਇੱਕ ਬਿਦਰ ਭਗਤ ਦਾ ਰੋਲ ਵੀ ਆਉਂਦਾ ਇਹਦੇ ਵਿੱਚ। ਉਹਦੇ ਘਰ ਵਾਲੀ ਸੀ ਜਿਹੜੀ ਮਾਤਾ ਸੀ ਬਿਦਰ ਦੀ, ਉਹ ਵਿਚਾਰੀ ਉਦੋਂ ਗੋਲੀ ਸੀ ਉਹਨਾਂ ਦੀ ਬਣਦੀ। ਹੁਣ ਜੋਤਸ਼ੀਆਂ ਨੇ ਦੱਸਿਆ ਵੀ ਜਿਹੜਾ ਭੀਸ਼ਮ ਪਿਤਾਮਾ ਉਹਦੇ ਕੋਲੇ ਚਲੇ ਜਾਓ, ਸੀ ਆਖਰ ਨੂੰ ਤੇਰੀ ਅੰਸ਼ ਹੈ ਉਹ ਤੁਹਾਨੂੰ ਨਹੀਂ ਜਵਾਬ ਦਿੰਦਾ, ਜਾਓ। ਭੀਸ਼ਮ ਪਿਤਾਮਾ ਕੋਲੇ ਬਾਦਸ਼ਾਹ ਤੇ ਉਹ ਮਲਾਹ ਦੀ ਲੜਕੀ ਰਾਣੀ ਸੀ ਜਿਹੜੀ ਉਹਦੀ ਰਾਜੇ ਸਨਾਤਨ ਦੀ, ਦੋ ਜਣੇ ਗਏ ਤੋਂ ਬਈ ਹੇ ਪੁੱਤਰ ਸਾਡੀ ਜਾਂਦੀ ਹੈ ਬੰਸਾ ਬੜੀ, ਹੁਣ ਜਿਹੜੇ ਮੇਰੇ ਪੇਟੋਂ ਪੈਦਾ ਹੋਏ ਤੇ ਦੋਏ ਬੱਚੇ ਉਹ ਗਏ ਦੁਨੀਆ ਤੋਂ ਬਾਅਦ, ਤੂੰ ਸੰਤਾਨ ਪੈਦਾ ਕਰ। ਉਹ ਕਹਿੰਦਾ ਰਾਜ ਗੱਦੀ ਤਾਂ ਨਹੀਂ ਮੈਂ ਲੈਂਦਾ ਕਿਉਂਕਿ ਮੈਂ ਪਰਨ ਕਰ ਲਿਆ। ਇੱਕ ਗੱਲ ਹੈ, ਮੈਂ ਸੰਤਾਨ ਪੈਦਾ ਜ਼ਰੂਰ ਕਰ ਦੂੰਗਾ, ਜਿਹੜੀਆਂ ਤੁਹਾਡੀਆਂ ਦੋਏ ਰਾਣੀਆਂ ਨੇ ਮੈਂ ਬੈਠੂੰਗਾ ਐ ਸਮਾਧੀ ਲਾ ਕੇ, ਅਕਾਲ ਪੁਰਖ ਦਾ ਲਊਂਗਾ ਨਾਮ, ਮੇਰੇ ਮੂੰਹ ਦੀ ਨਗਨ ਹੋ ਕੇ ਲੰਘ ਜਾਣ, ਸੰਤਾਨ ਹੋ ਜੂਗੀ। ਉਹ ਕਹਿੰਦੇ ਅੱਛਾ ਪੁੱਤ ਸੰਤਾਨ ਦੀ ਲੋੜ ਹੈ, ਚੱਲ ਐਂ ਹੋ ਜੇ। ਭੀਸ਼ਮ ਪਿਤਾਮਾ ਜੀ ਜੰਗਲਾਂ 'ਚੋਂ ਲਿਆਂਦੇ, ਐਂ ਮਹਿਲਾਂ ਵਿੱਚ ਇੱਕ 'ਚ ਉਹ ਸਮਾਧੀ ਲਾ ਕੇ ਬਹਿ ਗਏ, ਅਕਾਲ ਪੁਰਖ ਨਾਲ ਜੁੜ ਗਏ। ਪਹਿਲਾਂ ਵੱਡੀ ਰਾਣੀ ਜਿਹੜੀ ਆਂਧਲੇ ਨੂੰ ਵਿਆਹੀ ਸੀ ਧ੍ਰਿਤਰਾਸ਼ਟਰ ਨੂੰ, ਉਹ ਲੰਘੀ। ਉਹ ਲੰਘਣ ਲੱਗੀ ਜਦੋਂ ਉਹ ਨੇਤਰ ਬੰਦ ਕਰਕੇ ਟੱਪ ਗਈ ਰਿਸ਼ੀ ਦੇ ਮੂੰਹ। ਉਹਦੇ ਅੰਨਾ ਪੈਦਾ ਹੋਇਆ ਬੱਚਾ ਪੇਟੋਂ, ਧ੍ਰਿਤਰਾਸ਼ਟਰ ਕੈਰਵਾਂ ਦਾ ਪਿਤਾ। ਦੂਜੀ ਆਪਦੇ ਪਿੰਡੇ ਤੇ ਪਾਂਡੋ ਮਲ ਕੇ ਟੱਪ ਗਈ, ਉਹਦੇ ਪੀੜ੍ਹੀ ਦਾ ਰੋਗੀ ਪਾਂਡੋ ਰਾਜਾ ਪੈਦਾ ਹੋ ਗਿਆ। ਜਿਹੜੀ ਤੀਸਰੀ ਸੀ ਬਿਦਰ ਭਗਤ ਦੀ ਮਾਤਾ ਦਾਸੀ ਗੋਲੀ, ਉਹ ਸੀ ਵਿਚਾਰੀ ਭਗਤਣੀ, ਉਹ ਸਿੱਧੀ ਟੱਪ ਗਈ, ਉਹਦੇ ਫਿਰ ਬਿਦਰ ਭਗਤ ਪੈਦਾ ਹੋਇਆ। ਇਹ ਤਿੰਨੇ ਬੱਚੇ ਪੈਦਾ ਕਰਕੇ ਰਿਸ਼ੀ ਆਪਦੇ ਜੰਗਲ ਬਨਵਾਸ ਚਲੇ ਗਏ। ਉਦੋਂ ਬਾਅਦ ਹੌਲੀ ਹੌਲੀ ਸਮਾਂ ਪੈਣ 'ਤੇ ਬੱਚੇ ਪੈਦਾ ਹੋ ਗਏ ਤਿੰਨੇ। ਇੱਕ ਦੇ ਪੇਟੋਂ ਧ੍ਰਿਤਰਾਸ਼ਟਰ ਪੈਦਾ ਹੋ ਗਿਆ ਅੰਨਾ, ਦੂਜਾ ਪਾਂਡੋ, ਤੀਜਾ ਬਿਦਰ ਭਗਤ। ਹੌਲੀ ਹੌਲੀ ਆਸਤਾ ਆਸਤਾ ਬੱਚੇ ਪਲ ਗਏ। ਉਦੋਂ ਬਾਅਦ ਫਿਰ ਇੱਕ ਦਾ ਵਿਆਹ ਗਿਆ ਯੋਜਨ ਕੰਧਾਰੀ ਨਾਲ, ਜਿਹੜਾ ਧ੍ਰਿਤਰਾਸ਼ਟਰ ਸੀ ਵੱਡਾ। ਛੋਟਾ ਵਿਆਹ ਗਿਆ ਕੁੰਤਨ ਭੋਜ ਰਾਜੇ ਦੀ ਲੜਕੀ ਕੁੰਤਾ ਰਾਣੀ ਨਾਲ। ਤੀਜਾ ਭਗਤ ਤੇ ਰਿਹਾ ਵਿਚਾਰਾ ਬਿਦਰ, ਜਿਹਦੇ ਘਰ ਕ੍ਰਿਸ਼ਨ ਮਹਾਰਾਜ ਰਾਤ ਕੱਟ ਗਏ ਸੀ। ਹੁਣ ਇੱਥੋਂ ਕਹਾਣੀ ਚੱਲਦੀ ਹੈ ਬਈ ਇਹਨਾਂ ਦੋਨੇ ਪਾਰਟੀਆਂ ਦੇ ਘਰ ਜਿਹੜੇ ਕੈਰੋਂ ਸੀ, ਉਹਦਾ ਧ੍ਰਿਤਰਾਸ਼ਟਰ ਦੇ ਘਰ ਤਾਂ ਹੋਇਆ 101 ਬੱਚਾ ਪੈਦਾ, ਪਾਂਡੂ ਰਾਜੇ ਦੇ ਹੋਏ 5 ਪੈਦਾ। ਬੱਚੇ ਹੋਏ ਤਾਂ ਸ਼ੀਸ਼ ਹੈ ਪਰ ਇੱਕ ਜੰਗਲਾਂ 'ਚ ਕਰਨ, ਉਹ ਵੀ ਪਾਂਡਵਾਂ ਆਪਣਾ ਕੈਰਵਾਂ ਨਾਲ ਰਲ ਗਿਆ ਸੀ ਵੱਡਾ ਹੋ ਕੇ, ਉਹਨੂੰ ਪਤਾ ਨਹੀਂ ਸੀ ਵਿਚਾਰੇ ਨੂੰ ਵੀ ਮੇਰੇ ਮਾਤਾ ਪਿਤਾ ਕੌਣ ਨੇ, ਅਲੋਪ ਸੀ। ਹੁਣ ਜਦੋਂ ਪਾਂਡੋ ਰਾਜਾ ਤਖ਼ਤ 'ਤੇ ਬਿਠਾਤਾ ਇਹਨਾਂ ਨੇ ਕਿ ਉਹਨੂੰ ਦੀਂਦਾ ਸੀ, ਉਹਦਾ ਆ ਗਿਆ ਟਿਕਟ ਸੰਸਾਰ ਤੋਂ ਜਾਣ ਦਾ। ਪਾਂਡੋ ਰਾਜਾ ਦੁਨੀਆ ਤੋਂ ਵਿਦਾ ਹੋ ਗਿਆ, ਸੱਚਖੰਡ ਜਾ ਵਰਾਜਾ। ਉਹ ਤੋਂ ਬਾਅਦ ਅੰਨੇ ਧ੍ਰਿਤਰਾਸ਼ਟਰ ਨੇ ਆਪਣਾ ਪੁੱਤਰ ਦੁਰਯੋਧਨ ਤਖ਼ਤ 'ਤੇ ਆ ਬੈਠਾ ਗੱਦੀ 'ਤੇ, ਹਸਤਨਾਪੁਰੀ ਦਾ ਮਾਲਕ ਬਣ ਗਿਆ। ਸੈਨਾ ਸਾਰੀ ਚੱਲੀ ਗਈ ਉਸੇ ਤਰ੍ਹਾਂ। ਉਹ ਪਾਪੀ ਦੇ ਮਨ ਵਿੱਚ ਪਾਪ ਜਾਗਿਆ ਬਈ ਹਰੇਕ ਚੀਜ਼ ਦੋ ਬਣਾਈਆਂ ਨਾ ਰੱਬ ਨੇ, ਪਾਪ ਤੇ ਪੁੰਨ, ਧਰਮ ਤੇ ਅਧਰਮ, ਧੁੱਪ ਤੇ ਛਾਂ, ਇਹ ਹਰ ਇੱਕ ਚੀਜ਼ ਦਾ ਜੋੜਾ ਬਣਾਇਆ ਹੋਇਆ। ਹੁਣ ਜਿੱਥੇ ਪਾਪ ਹੈ ਉੱਥੇ ਧਰਮ ਵੀ ਹੈ। ਹੁਣ ਪਾਂਡੋ ਤਾਂ ਧਰਮੀ ਸੀ ਬੰਦੇ, ਤੇ ਕੈਰੋਂ ਹੰਕਾਰੀ ਹੋ ਗਏ। ਉਹਦੇ ਦਿਲ ਵਿੱਚ ਪਾਪ ਜਾਗਿਆ ਬਈ ਕਦੇ ਅਸੀਂ ਆਏ 101, ਇਹ ਪਾਂਡੋ ਨੇ 5। ਜਦ ਵੱਡੇ ਹੋ ਗਏ
ਉਹ ਇਹ ਲੈਣਗੇ ਰਾਜ ਹਸਤਨਾਪੁਰੀ ਦਾ ਅੱਧਾ, ਇਹਨਾਂ ਨਿਆਣਿਆਂ ਨੂੰ ਇਹ ਖਤਮ ਕਰ ਦਈਏ। ਦੁਰਯੋਧਨ ਨੇ CID ਜਾਸੂਸ ਬੁਲਾਇਆ ਆਪਣਾ ਮਾਮਾ ਸ਼ੁਕਨੀ। ਉਹਨੂੰ ਕਹਿੰਦਾ ਮਾਮਾ ਜੀ ਹੁਣ ਪਾਂਡੋ ਪੰਜੇ ਆਪਾਂ ਨੇ ਖਤਮ ਤਾਂ ਕਰਨੇ ਨੇ, ਪਰ ਆਪਾਂ ਨੂੰ ਪਾਪ ਨਾ ਲੱਗੇ, ਕੋਈ ਤਜਰਬਾ ਦੱਸੋ। ਉਹ ਕਹਿੰਦਾ ਭਾਣਜੇ ਗੱਲ ਸੁਣ, ਮੈਂ ਤੈਨੂੰ ਅੱਜ ਦੀ ਰਾਤ ਦਾ ਟਾਈਮ ਦੇ, ਮੈਨੂੰ ਕੱਲ੍ਹ ਨੂੰ ਦੱਸੂ। ਉਹਨੇ ਨਜੂਮੀਆਂ ਜੋਤਸ਼ੀਆਂ ਨੂੰ ਪੁੱਛਿਆ ਬਈ ਪਾਂਡੋ ਖਤਮ ਕਰਨੇ ਨੇ, ਕੋਈ ਪਾਪ ਤਾਂ ਨਹੀਂ ਲੱਗਦਾ। ਉਹ ਕਹਿੰਦਾ ਜੀ ਸ਼ਹਿਰ 'ਚੋਂ ਬਾਹਰ ਲਿਜਾ ਕੇ ਅਲੋਪ ਜਗ੍ਹਾ 'ਤੇ ਇਹਨਾਂ ਨੂੰ ਪੰਜਾਂ ਨੂੰ ਖਤਮ ਖੇਡਿਆ ਕਰੋ, ਕੋਈ ਪਾਪ ਨਹੀਂ ਲੱਗਦਾ, ਕੋਈ ਲੈਣਾ ਨਹੀਂ ਦੇਣਾ ਨਹੀਂ। ਸਾਹਮਣੇ ਖੜਾ ਕੇ ਨਾ ਮਾਰੋ, ਬਸ ਆ ਗੁੱਗ ਲਾ ਕੇ ਸਾੜ ਦਿਓ, ਫੱਟੇ ਚੱਕ ਦਿਓ, ਕੁਛ ਨਹੀਂ ਕਹਿੰਦਾ, ਰੱਬ ਰਾਜੀ ਹੈ। ਇਸੇ ਤਰ੍ਹਾਂ ਹੀ ਕੀਤਾ। ਇੱਕ ਦਿੱਲੀ ਤੋਂ ਚੜ੍ਹਦੇ ਵਾਲੇ ਪਾਸੇ UP 'ਚ ਬਰਨਾਵਾ ਸ਼ਹਿਰ ਅੱਜ ਕੱਲ੍ਹ ਤਾਂ, ਪਹਿਲਾਂ ਉਹਨੂੰ ਬਰਨਾਪੁਰੀ ਕਹਿੰਦੇ ਸੀ। ਉਹ ਬਰਨਾਪੁਰੀ ਜੰਗਲ ਅਜਾੜਾਂ ਵਿੱਚ ਕਿਲ੍ਹਾ ਪਾਉਣਾ ਸ਼ੁਰੂ ਕਰਤਾ ਦੁਰਯੋਧਨ ਨੇ। ਮਿਸਤਰੀ ਮਟੀਰੀਅਲ ਹੋਰ ਸਾਰਾ ਸਮਾਨ ਭੇਜਤਾ, ਬੰਬ ਗਰਨੇਟ ਰੌਂਦ ਵਿੱਚ ਫਿੱਟ ਕਰਨੇ ਸ਼ੁਰੂ ਕਰਤੇ। ਜਦ ਕਿਲ੍ਹਾ ਅਰਸ਼ਾਂ ਨੂੰ ਲੱਗਿਆ ਜਾਣ, ਉੱਥੇ ਕੁਦਰਤੀ ਭੇਜਤਾ ਅਕਾਲ ਪੁਰਖ ਵਾਹਿਗੁਰੂ ਨੇ ਪਾਂਡਵਾਂ ਨੂੰ ਬਚਾਉਣ ਵਾਸਤੇ ਬਿਦਰ ਭਗਤ। ਉਹ ਬਿਦਰ ਕਹਿੰਦਾ ਬਈ ਮਿਸਤਰੀਓ, ਵਿਸ਼ਵਕਰਮਾ ਦੀ ਬਾੜੀ, ਕਿਲ੍ਹਾ ਤਾਂ ਤੁਸੀਂ ਵਧੀਆ ਪਾ ਰਹੇ ਹੋ, ਬਿਲਡਿੰਗ ਬੜੀ ਸੋਹਣੀ ਹੈ, ਲੰਬੀ ਚੌੜੀ ਹੈ, ਉੱਚੀ ਹੈ, ਪਰ ਇਹ ਵਿੱਚ ਬੰਬ ਗਰਨੇਟ ਰੌਂਦ ਕਾਹਤੋਂ ਫਿੱਟ ਹੁੰਦੇ ਨੇ, ਬਰੂਦ ਕਿਉਂ ਪਾ ਰਹੇ ਹੋ? ਉਹ ਮਿਸਤਰੀ ਕਹਿੰਦੇ ਜੀ ਸਾਨੂੰ ਨਹੀਂ ਪਤਾ, ਇਹ ਦੁਰਯੋਧਨ ਨੂੰ ਪਤਾ ਹੈ। ਉਹ ਕਹਿੰਦਾ ਮੈਂ ਸਮਝ ਗਿਆ। ਬਿਦਰ ਕਹਿਣ ਲੱਗਿਆ ਦੁਰਯੋਧਨ ਇੱਥੇ ਭੇਜੂ ਪਾਂਡਵਾਂ ਨੂੰ, ਅੱਗ ਲਾ ਕੇ ਸੜਨਗੇ, ਉਹ ਇੱਥੇ ਮਰਨਗੇ ਪਾਂਡੋ, ਪਰ ਦੁਰਯੋਧਨ ਨੂੰ ਕੁਛ ਨਹੀਂ ਹੁੰਦਾ, ਪਾਪ ਲੱਗੂ ਤੁਹਾਨੂੰ। ਕੋਈ ਸਕੀਮ ਬਣਾਓ ਜਿਹੜੇ ਪਾਂਡੋ ਬਚ ਰਹਿਣ। ਫਿਰ ਮਿਸਤਰੀ ਇੰਜੀਨੀਅਰਾਂ ਵਰਗੇ ਸੀ, ਉਹਨਾਂ ਨੇ ਇੱਕ ਸਾਰੇ ਕਿਲ੍ਹੇ ਦੇ ਵਿਚਾਲੇ ਥੋਥਾ ਥੰਮਲਾ ਲਾ ਕੇ ਇੱਕ ਸੁਰੰਗ ਕੱਢਤੀ ਹਿੰਟਨ ਨਦੀ ਨੂੰ ਸਿੱਧੀ। ਪੌਣੀ ਕੁ ਫਰਲਾਂਗ ਦਾ ਫਰਕ ਹੈ ਹਿੰਟਨ ਨਦੀ ਦਾ ਅਤੇ ਲਾਖ ਦੇ ਕਿਲ੍ਹੇ ਦਾ। ਉਹ ਕਿਲ੍ਹੇ ਤੋਂ ਸਿੱਧੀ ਐਂ ਹੇਠਾਂ ਦੀ ਨਾ ਠੰਡੀ ਥਾਂ ਵੀ ਦੀ ਸੁਰੰਗ ਹਿੰਟਨ ਨਦੀ ਨੂੰ ਲਾਤੀ, ਉੱਤੇ ਲਾਤਾ ਥੋਥਾ ਥੰਮਲਾ ਲਾ ਕੇ। ਉਹ ਦੁਰਯੋਧਨ ਕਹਿੰਦਾ ਵੀ ਐਂ ਦੱਸੋ ਮਿਸਤਰੀ ਸੁਰੰਗ ਕਿਉਂ ਲਾਈ? ਉਹ ਕਹਿੰਦੇ ਜੀ ਬਰੂਦ ਦਾ ਮਕਾਨ ਹੈ, ਕਿਤੇ ਇਹ ਗੈਸ ਨਾਲ ਫਟ ਨਾ ਜਾਵੇ ਪਹਿਲੀ ਪਾਂਡੂ ਆਉਣ ਤੋਂ, ਇੱਥੋਂ ਦੀ ਗੈਸ ਕੱਢ ਕੇ ਨਾ ਨਦੀ ਨੂੰ ਦਿੱਤਾ। ਉਹ ਕਹਿੰਦਾ ਹੋਣਾ ਹੀ ਚਾਹੀਦਾ। ਦੁਰਯੋਧਨ ਨੂੰ ਇਹ ਨਹੀਂ ਪਤਾ ਸੀ ਬਈ ਇਹਨਾਂ ਮਿਸਤਰੀਆਂ ਨੂੰ ਦੇ ਗਿਆ ਚੂਰਨ ਬਿਦਰ ਭਗਤ। ਜੈਸੇ ਰੱਖੇ ਟਟੀਰੀ ਕੇ ਆਂਡੇ ਉਸੇ ਰੱਖੇ ਪੰਜੇ ਪਾਂਡੇ, ਵੀ ਇਹ ਤਾਂ ਬਿਦਰ ਭਗਤ ਜੀ ਦੇ ਗਏ ਦਵਾਈ ਪਾਂਡਵਾਂ ਨੂੰ ਬਚਾਉਣ ਦੀ। ਐਨੇ ਵੀ ਪਿਆਰਿਓ ਕਿਲ੍ਹਾ ਲੱਗ ਗਿਆ ਅਰਸ਼ਾਂ ਨੂੰ। ਤਿਆਰ ਹੋ ਕੇ ਮਿਸਤਰੀ ਜਦ ਵਾਪਸ ਆ ਗਏ, ਦੁਰਯੋਧਨ ਦੇ ਕੰਨਾਂ ਵਿੱਚ ਆਵਾਜ਼ ਦਿੱਤਾ ਮਿਸਤਰੀਆਂ ਨੇ ਆ ਕੇ ਵੀ ਰਾਜਨ ਜੀ ਬਰਨਾਵਾ ਅਤੇ ਬਰਨਾਪੁਰੀ ਵਾਲਾ ਜਿਹੜਾ ਕਿਲ੍ਹਾ ਉਹ ਬਿਲਕੁਲ ਤਿਆਰ ਹੈ, ਸਾਡੇ ਕਨੀਓ ਕੋਈ ਕਮੀ ਨਹੀਂ, ਤਾਕੀਆਂ ਮੋਰੀਆਂ ਸਭ ਲੱਗ ਗਈਆਂ, ਫਿੱਟ ਫਾਟ ਹੈ ਕੰਮ। ਉਹ ਕਹਿੰਦਾ ਠੀਕ ਹੈ ਜੀ। ਦੁਰਯੋਧਨ ਨੇ ਫਿਰ ਆਪਣੇ ਪਿਤਾ ਧ੍ਰਿਤਰਾਸ਼ਟਰ ਨੂੰ ਬੁਲਾ ਕੇ ਉਹਦੇ ਕੋਲੇ ਬਹਿ ਕੇ ਕਿਹਾ ਪਿਤਾ ਜੀ ਇਹ ਜਿਹੜੇ ਪਾਂਡੋ ਨੇ ਪੰਜੇ ਸਾਨੂੰ ਕਰਦੇ ਤੰਗ, ਮੈਨੂੰ ਕੁੱਟਮਾਰ ਕਰਦੇ ਨੇ ਰੋਜ਼, ਕਦੇ ਨਾ ਕਦੇ ਕੋਈ ਚੰਦੇ ਹੈ ਚੜੂ, ਭੀਮ ਸੈਨ ਮੈਨੂੰ ਦੇਊਗਾ ਮਾਰ। ਇਹਨਾਂ ਦਾ ਮੈਂ ਕਿਲ੍ਹਾ ਪਾਤਾ ਬਰਨਾਪੁਰੀ, ਪੰਜੇ ਪਾਂਡਵਾਂ ਨੂੰ ਨਾਲੇ ਮੇਰੀ ਮਾਸੀ ਕੁੰਤਾ ਨੂੰ ਚਾਚੀ ਨੂੰ ਉੱਥੇ ਘੱਲ ਦਿਓ ਅੱਡ ਕਰਕੇ। ਹੁਣ ਅੱਡ ਕਰਨ ਦਾ ਬਹਾਨਾ ਰਚ ਲਿਆ। ਇੱਥੋਂ ਕਥਾ ਸ਼ੁਰੂ ਹੁੰਦੀ ਹੈ
ਬਈ ਧ੍ਰਿਤਰਾਸ਼ਟਰ ਨੂੰ ਸੀ ਪਤਾ ਨਹੀਂ ਸੀ ਵੀ ਇਹ ਮੇਰੇ ਪੁੱਤਰ ਦੁਰਯੋਧਨ ਦੀ ਚਾਲ ਹੈ ਪਾਂਡਵਾਂ ਨੂੰ ਮਾਰਨ ਦੀ। ਉਹ ਸੀ ਸੱਚਾ। ਆਪਦੀ ਭਰਜਾਈ ਕੁੰਤਾ ਨੂੰ ਬੁਲਾ ਕੇ ਦਰਬਾਰ ਵਿੱਚ ਕਹਿੰਦਾ ਬਈ ਹੈ ਮਹਾਰਾਣੀ, ਅੱਜ ਤਾਂ ਤੇਰੇ ਪੁੱਤ ਨੇ ਨਿਆਣੇ, ਕੱਲ੍ਹ ਨੂੰ ਇਹ ਜਵਾਨ ਵੀ ਹੋਣਗੇ। ਤੇਰਾ ਪੁੱਤ ਭੀਮ ਇਹ ਕਰਦਾ ਸਾਡੇ ਦੁਰਯੋਧਨ ਨੂੰ ਤੰਗ। ਮੇਰਾ ਦੁਰਯੋਧਨ ਸੁਨਹਿਰੀ ਰੰਗ ਦਾ, ਕੁੱਟੇ ਤੇਰਾ ਭੀਮ ਨਾ ਕਿਸੇ ਤੋਂ ਸੰਗ ਦਾ। ਕੁੱਟ ਕੁੱਟ ਮੁੜਦਾ ਅੰਦਰ ਬਾੜ ਕੇ, ਸਾਨੂੰ ਤੇਰਾ ਭੀਮ ਛੱਡੂਗਾ ਉਜਾੜ ਕੇ। ਤੇਰਾ ਕਿਲ੍ਹਾ ਬਰਨਾਪੁਰੀ ਪਾਤਾ, 5 ਬੱਚਿਆਂ ਨੂੰ ਲੈ ਕੇ ਉੱਥੇ ਚਲੀ ਜਾ। ਹੁਣ ਜਿਵੇਂ ਇਹ ਕਹਿੰਦਾ ਉਹ ਧ੍ਰਿਤਰਾਸ਼ਟਰ ਮਹਾਰਾਣੀ ਕੁੰਤਾ ਨੂੰ ਬੁਲਾ ਕੇ ਬਈ 5 ਬੱਚਿਆਂ ਨੂੰ ਲੈ ਕੇ ਪਾਸਾ ਵੱਟ ਜਾ, ਜਾਂ ਤਾਂ ਨਹੀਂ ਫਿਰ ਅਸੀਂ ਯੁੱਧ ਕਰਕੇ ਸਮੇਟਣ ਵੀ ਜਾਣਦੇ ਹਾਂ। ਉਹ ਕਹਿੰਦੀ ਹੈ ਅਕਾਲ ਪੁਰਖ ਕਿਸੇ ਦੇ ਸਿਰੋਂ ਪਤੀ ਨਾ ਜਾਵੇ, ਜੇ ਅੱਜ ਮੇਰਾ ਬਾਦਸ਼ਾਹ ਗਿਆ ਦੁਨੀਆ ਤੋਂ ਤਾਂ ਸਾਨੂੰ ਆਹ ਦਿੱਲੀ ਦਾ ਹੱਕ ਖੋਹਦੇ ਨੇ। ਉਹ ਵਿਚਾਰੀ ਖੜੀ ਖੜੀ ਰੋਣ ਲੱਗ ਗਈ। ਰੋਂਦੀ ਰੋਂਦੀ ਮਾਤਾ ਨੂੰ ਵੇਖ ਕੇ ਪਹਿਲੇ ਨੰਬਰ 'ਤੇ ਧਰਮ ਪੁੱਤਰ ਆ ਗਿਆ। ਉਹ ਕਹਿੰਦਾ ਮਾਤਾ ਜੀ ਤੁਸੀਂ ਰੋਂਦੇ ਕਿਉਂ, ਕੀ ਗੱਲ ਹੋ ਗਈ? ਤੇਰੇ ਨੇਤਰਾਂ ਦਾ ਨੀਰ ਮੈਥੋਂ ਝੱਲਿਆ ਨਹੀਂ ਜਾਂਦਾ, ਪਾਣੀ ਬੰਦ ਕਰ ਦੇਣ ਨਾਲ। ਦੂਏ ਨੰਬਰ 'ਤੇ ਅਰਜਨ ਆ ਗਿਆ। ਤੀਜੇ ਨੰਬਰ 'ਤੇ ਭੀਮ ਸੈਨ ਜਿਵੇਂ ਕੋਈ ਪਹਾੜੀ ਦੀ ਨੁੱਕਰ ਆ ਰਹੀ ਹੁੰਦੀ ਹੈ ਚਲੀ। ਉਹ ਕਹਿੰਦਾ ਮਾਤਾ ਜੀ ਤੂੰ 5 ਸ਼ੇਰਾਂ ਨੂੰ ਜਨਮ ਦੇ ਕੇ ਰੋਂਦੀ ਹੈ ਸਾਡੇ ਸਾਹਮਣੇ, ਮੇਰੇ ਦਿਲ ਦੀ ਦੁਨੀਆ ਬਰਬਾਦ ਹੁੰਦੀ ਹੈ, ਰੋ ਨਾ ਗੱਲ ਦੱਸ। ਕਹੇ ਜੇ ਪਾਣਾ ਪੰਗਾ ਬੈਰੀ ਨਾਲ, ਇਹਨਾਂ ਦਾ ਤਖਤ ਪੱਟ ਕੇ ਮਿਲਾ ਦੀ ਮਿੱਟੀ 'ਚ। ਹੁਣ ਭੀਮ ਸੈਨ ਤਾਂ ਮੋੜ ਕੇ ਦਿੰਦਾ ਜਵਾਬ। ਮਾਤਾ ਸੁਣਦੀ ਆ, ਉਹਨੂੰ ਆਉਂਦੀ ਹੈ ਦਲੇਰੀ। ਅਗਲੀਆਂ ਗੱਲਾਂ ਆਪਾਂ ਅਗਲੇ ਹਿੱਸੇ ਵਿੱਚ ਭਰਾਂਗੇ।